ਵਾਹਿਗੁਰੂ ਸਾਹਿਬ ਜੀਓ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨ ਪਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨ ਪਰਿਆ ਰੇ। ਪਰਮ ਸਨਮਾਨਯੋਗ ਚਬਰ ਛਤਰ ਤਖਤ ਦੇ ਮਾਲਕ, ਜੁਗ ਹੋ ਜੁਗੇ ਅਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਪਾਰ ਮਿਹਰਮਤ ਦੇ ਸਦਕਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਤਿਗੁਰਾਂ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤੇ ਅੰਮ੍ਰਿਤ ਬਚਨ, ਪਾਵਨ ਸ਼੍ਰੀ ਜਪ ਬਾਣੀ ਦੀ ਵਿਚਾਰ ਆਪ ਇਹਨਾਂ ਪਾਵਨ ਦੀਵਾਨਾਂ ਵਿੱਚ ਬੜੇ ਪਿਆਰ, ਬੜੀ ਇਕਾਗਰਤਾ ਦੇ ਨਾਲ ਸਤਿਗੁਰ ਦੀ ਅਪਾਰ ਕਿਰਪਾ ਦੇ ਨਾਲ ਸਰਵਣ ਕਰ ਰਹੇ ਹੋ। ਆਓ ਸਾਧ ਸੰਗਤ, ਅੱਜ ਦੇ ਅੰਮ੍ਰਿਤ ਬਚਨ ਪਾਵਨ ਅੰਮ੍ਰਿਤ ਬਾਣੀ ਦੇ ਅੰਦਰੋਂ, ਜਪ ਬਾਣੀ ਦੇ ਅੰਦਰੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਤਿਗੁਰਾਂ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤੀ ਅੰਮ੍ਰਿਤ ਪਾਵਨ ਪੌੜੀ, ਪੌੜੀ ਨੰਬਰ 18, ਜਿੰਦੀ ਵਿਚਾਰ ਆਪਾਂ ਸਤਿਗੁਰ ਦੀ ਕਿਰਪਾ ਨਾਲ ਰਲ ਮਿਲ ਕੇ ਸਾਂਝੀ ਕਰਨੀ ਹੈ। ਅਸੰਖ ਮੂਰਖ, ਅੰਧਕੋਰ, ਅਸੰਖ ਚੋਰ, ਹਰਾਮ ਖੋਰ, ਅਸੰਖ ਅਮਰ ਕਰ ਜਾਹੀ ਜੋਰ। ਆਓ ਇਹਨਾਂ ਪਾਵਨ ਬਚਨਾਂ ਨੂੰ ਗੁਰੂ ਕਿਰਪਾ ਦੇ ਨਾਲ ਰਲ ਮਿਲ ਕੇ ਆਪਾਂ ਵਿਚਾਰਨ ਦਾ ਯਤਨ ਕਰਨਾ ਹੈ। ਆਪ ਜਿਤਨੇ ਤਨ ਗੁਰੂ ਚਰਨਾਂ ਵਿੱਚ ਜੁੜ ਬੈਠੇ ਹੋ, ਕਰੋ ਕਿਰਪਾ ਵਿਚਾਰ ਆਰੰਭ ਕਰੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰ ਦੀ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਜਿਨ੍ਹਾਂ ਪੌੜੀਆਂ ਦੀ ਵਿਚਾਰ ਆਪਾਂ ਕੱਲ ਤੋਂ ਆਰੰਭ ਕੀਤੀ ਹੈ, ਪੌੜੀ ਨੰਬਰ 17, 18 ਔਰ 19। ਇਹਨਾਂ ਪੌੜੀਆਂ ਦੇ ਅੰਦਰ ਸਤਿਗੁਰ ਨੇ ਪਰਮਾਤਮਾ ਦੀ ਬੇਅੰਤ ਕੁਦਰਤ ਦਾ ਜ਼ਿਕਰ ਕੀਤਾ ਹੈ। ਜਿੱਥੇ ਸਤਿਗੁਰ ਜੀ ਨੇ ਇਸ ਮਾਲਕ ਦੀ ਬਣਾਈ ਕੁਦਰਤ ਦੇ ਅੰਦਰ ਅਸੰਖਾਂ ਜਪੀਆਂ, ਤਪੀਆਂ, ਧਰਮੀਆਂ ਦਾ ਜ਼ਿਕਰ ਕੀਤਾ। ਹਾਲਾਂਕਿ ਭਾਵੇਂ ਉਹ ਧਰਮ ਕਿਵੇਂ ਵੀ ਕਮਾ ਰਹੇ ਨੇ, ਕੋਈ ਪਰਮਾਤਮਾ ਨੂੰ ਕਿਸੇ ਢੰਗ ਨਾਲ ਯਾਦ ਕਰ ਰਿਹਾ, ਕੋਈ ਕਿਸੇ ਢੰਗ ਨਾਲ ਯਾਦ ਕਰ ਰਿਹਾ, ਪਰ ਪਾਤਸ਼ਾਹ ਜੀ ਕਹਿੰਦੇ ਨੇ ਮੇਰੇ ਮਾਲਕ ਤੇਰੀ ਬਣਾਈ ਇਸ ਕੁਦਰਤ ਦੇ ਅੰਦਰ ਅਸੰਖਾਂ ਹੀ ਜਪੀ ਨੇ, ਅਸੰਖਾਂ ਹੀ ਤਪੀ ਨੇ, ਅਸੰਖਾਂ ਹੀ ਦਾਨੀ ਨੇ, ਅਸੰਖਾਂ ਹੀ ਉਹ ਨੇ ਜਿਨ੍ਹਾਂ ਨੇ ਗ੍ਰੰਥ ਭਾਵ ਧਾਰਮਿਕ ਪੁਸਤਕਾਂ ਨੂੰ ਆਪਣੇ ਮੁਖ ਤੋਂ ਸਦਾ ਹੀ ਉਚਾਰਨ ਕਰਦੇ ਨੇ। ਅਸੰਖਾਂ ਹੀ ਐਸੇ ਨੇ ਜਿਹੜੇ ਉਹਨਾਂ ਗੁਣਾਂ ਦੀ ਵਿਚਾਰ ਸਦਾ ਕਰਦੇ ਨੇ। ਉੱਥੇ ਸਤਿਗੁਰੂ ਜੀ ਨੇ ਅੱਜ ਕਿਰਪਾ ਕੀਤੀ। ਪਾਤਸ਼ਾਹ ਕਹਿੰਦੇ ਨੇ ਦਾਤਾਰ ਪਿਤਾ, ਜਿੱਥੇ ਤੇਰੀ ਕੁਦਰਤ ਦੇ ਅੰਦਰ ਜਪੀਆਂ ਤਪੀਆਂ ਦੀ ਗਿਣਤੀ ਨਹੀਂ, ਬੇਅੰਤ ਨੇ, ਅਸੰਖ ਨੇ, ਉੱਥੇ ਸਤਿਗੁਰੂ ਜੀ ਤੇਰੀ ਬਣਾਈ ਇਸ ਕੁਦਰਤ ਦੇ ਅੰਦਰ ਅਸੰਖਾਂ ਹੀ ਪਾਪੀ ਨੇ, ਚੋਰ ਨੇ, ਹਰਾਮ ਖੋਰ ਨੇ, ਲੋਕਾਂ ਦੇ ਉੱਤੇ ਵਧੀਕੀ ਕਰਨ ਵਾਲੇ ਨੇ, ਪਾਪ ਕਰਨ ਵਾਲੇ ਨੇ, ਝੂਠ ਬੋਲਣ ਵਾਲੇ ਨੇ। ਆਓ ਗੁਰੂ ਦੀ ਕਿਰਪਾ ਨਾਲ ਗੁਰੂ ਨਾਨਕ ਸਾਹਿਬ ਜੀ ਇਸ ਪੌੜੀ ਦੇ ਅੰਦਰ ਕਿਹੜੇ ਬਚਨ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਅਸੰਖ ਮੂਰਖ, ਅੰਧ ਘੋਰ, ਸਤਿਗੁਰੂ ਜੀ ਅਸੰਖਾਂ ਹੀ ਤੇਰੀ ਬਣਾਈ ਇਸ ਕੁਦਰਤ ਦੇ ਅੰਦਰ ਮੂਰਖ ਨੇ। ਧਿਆਨ ਦੇਣਾ ਸਾਧ ਸੰਗਤ, ਮੂਰਖ ਦਾ ਅਰਥ ਹੁੰਦਾ ਹੈ ਜਿਹੜਾ ਮੂੰਹ ਨੂੰ ਸਾਹਮਣੇ ਰੱਖ ਕੇ ਗੱਲ ਕਰਦਾ ਹੈ।
ਜਿਹਨੇ ਜੀਵਨ ਦਾ ਕੋਈ ਵੀ ਕਰਮ ਕਰਨਾ ਹੈ ਤੇ ਉਹ ਆਪਣਾ ਮੂੰਹ ਹੀ ਅੱਗੇ ਰੱਖਦਾ ਹੈ। ਜੇ ਉਹਨੇ ਕੁਝ ਖਾਣਾ ਹੈ ਤਾਂ ਉਹ ਆਪਣਾ ਮੂੰਹ ਅੱਗੇ ਰੱਖਦਾ ਹੈ। ਭਾਵ ਦੁਨੀਆ ਦੇ ਸਵਾਦਲੇ ਪਦਾਰਥ ਉਹਨਾਂ ਨਾਲ ਇਸ ਸਰੀਰ ਤੇ ਕੀ ਅਸਰ ਹੁੰਦਾ ਹੈ ਉਹ ਕਦੀ ਇਸ ਗੱਲ ਦੀ ਵਿਚਾਰ ਨਹੀਂ ਕਰਦਾ। ਅਜੋਕਾ ਸਮਾਂ ਜਿੰਦੇ ਵਿੱਚ ਅਸੀਂ ਜੀ ਰਹੇ ਹਾਂ ਸਾਧ ਸੰਗਤ, ਇੱਥੇ ਅਸੀਂ ਸਿਰਫ ਰਸਾਂ ਨੂੰ ਤਰਜੀਹ ਦੇ ਰਹੇ ਹਾਂ। ਅਸੀਂ ਕਹਿੰਦੇ ਹਾਂ ਵੀ ਦੁਨੀਆ ਦੇ ਰਸ ਭੋਗ ਲਈਏ, ਅਗਲਾ ਸਮਾਂ ਕਿੰਨੇ ਵੇਖਿਆ। ਪਰ ਸੱਚ ਇਹ ਹੈ ਸਾਧ ਸੰਗਤ, ਅਗਲਾ ਸਮਾਂ ਤਾਂ ਹੀ ਵੇਖਾਂਗੇ ਨਾ ਜੇ ਇਸ ਸਮੇਂ ਦੇ ਅੰਦਰ ਤੰਦਰੁਸਤ ਰਵਾਂਗੇ। ਜੇ ਅਸੀਂ ਪਦਾਰਥ ਹੀ ਐਸੇ ਖਾਵਾਂਗੇ ਜਿਨ੍ਹਾਂ ਨਾਲ ਸਰੀਰ ਨੂੰ ਰੋਗ ਲੱਗਣੇ ਨੇ, ਤੇ ਫਿਰ ਆਪੇ ਹੀ ਅਗਲਾ ਸਮਾਂ ਕੌਣ ਵੇਖੇਗਾ। ਤੇ ਜੇ ਵੇਖਾਂਗੇ ਵੀ ਤੇ ਅਗਲਾ ਸਮਾਂ ਦੁੱਖਾਂ ਦੇ ਅੰਦਰ ਹੀ ਬਤੀਤ ਹੋਏਗਾ। ਮੂੰਹ ਨੂੰ ਰੱਖ ਕੇ ਕਰਮ ਨਹੀਂ ਕਰਨਾ। ਸਾਹਿਬ ਕਹਿੰਦੇ ਨੇ ਅਸੰਖਾਂ ਮਾਲਕ ਜੀ ਤੇਰੀ ਕੁਦਰਤ ਅੰਦਰ ਮੂਰਖ ਨੇ। ਬਾਣੀ ਦਾ ਇੱਕ ਬੜਾ ਪਿਆਰਾ ਬਚਨ ਹੈ। ਸਤਿਗੁਰ ਕਹਿੰਦੇ ਨੇ ਮੂਰਖਾਂ ਸਿਰ ਮੂਰਖ ਹੈ, ਉਹ ਮੂਰਖਾਂ ਤੋਂ ਵੀ ਵੱਡਾ ਮੂਰਖ ਹੈ ਜੇ ਮੰਨੇ ਨਹੀਂ ਨਾਉ, ਜਿਹੜਾ ਸਤਿਗੁਰ ਤੇਰੇ ਨਾਮ ਨੂੰ ਮੰਨਦਾ ਨਹੀਂ। ਪਾਤਸ਼ਾਹ ਕਹਿੰਦੇ ਨੇ ਮੂਰਖਾਂ ਨਾਲੋਂ ਵੀ ਵੱਡਾ ਮੂਰਖ ਹੈ। ਇੱਕ ਤੇ ਸਤਿਗੁਰ ਕਹਿੰਦੇ ਨੇ ਸਿਰਫ ਮੂੰਹ ਨੂੰ ਅੱਗੇ ਰੱਖ ਕੇ, ਭਾਵੇਂ ਸੰਸਾਰ ਦੇ ਚਸਕੇ ਨੇ, ਵਡਿਆਈਆਂ ਨੇ, ਕੋਈ ਵੀ ਚੀਜ਼ ਹੈ, ਉਹਨੂੰ ਸਤਿਗੁਰ ਨੇ ਬਾਣੀ ਦੇ ਅੰਦਰ ਮਨਮੁਖ ਵੀ ਆਖਿਆ। ਤੇ ਪਾਤਸ਼ਾਹ ਜੀ ਕਹਿੰਦੇ ਨੇ ਮਨਮੁਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ। ਉਹਨਾਂ ਮੂਰਖਾਂ ਦੀ ਦੋਸਤੀ ਸਿਰਫ ਪਦਾਰਥਾਂ ਦੇ ਨਾਲ ਹੁੰਦੀ ਹੈ। ਇਸੇ ਕਰਕੇ ਸਤਿਗੁਰ ਕਹਿੰਦੇ ਨੇ ਮਨਮੁਖਾਂ ਨਾਲੋਂ ਟੁੱਟੀ ਭਲੀ। ਇਹੋ ਜਿਹੇ ਮਨਮੁਖ ਬੰਦਿਆਂ ਨਾਲੋਂ ਬੰਦਿਆ ਤੇਰੀ ਟੁੱਟੀ ਭਲੀ ਹੈ। ਤਾਂ ਹੀ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉ ਕਰ ਉਲਟੀ ਰੇ, ਝੂਠੈ ਕੀ ਰੇ ਝੂਠ ਪਰੀਤ, ਛੁਟਕੀ ਰੇ ਮਨ ਛੁਟਕੀ ਰੇ, ਸਾਕਤ ਸੰਗ ਨਾ ਛੁਟਕੀ ਰੇ। ਪਾਤਸ਼ਾਹ ਕਹਿੰਦੇ ਨੇ ਸਾਕਤ ਨਾਲੋਂ ਆਪਣਾ ਮਨ ਦੂਰ ਕਰ, ਮਨਮੁਖ ਬੰਦੇ ਨਾਲੋਂ ਆਪਣੀ ਵਿੱਥ ਬਣਾ ਲੈ। ਮੂਰਖ ਇਨਸਾਨ ਦੇ ਨਾਲ ਮੂੰਹ ਲਾਏਗਾ ਤੇ ਸਤਿਗੁਰ ਕਹਿੰਦੇ ਨੇ ਜਿੱਥੇ ਉਹ ਖੜਾ ਹੈ ਮੂਰਖ ਤੈਨੂੰ ਵੀ ਉੱਥੇ ਲਿਆ ਕੇ ਖੜਾ ਕਰੇਗਾ। ਇਸੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਦਾਤਾਰ ਪਿਤਾ ਜੀ ਅਸਲ ਵਿੱਚ ਸਭ ਤੋਂ ਵੱਡਾ ਮੂਰਖ ਬੰਦਾ ਉਹ ਹੁੰਦਾ ਹੈ ਜਿਹੜਾ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਵਿਚਾਰਦਾ ਨਹੀਂ। ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾਉ, ਜਿਹਨੇ ਨਾਮ ਨੂੰ ਮੰਨਿਆ ਹੀ ਨਹੀਂ। ਭਾਵ ਜਿਹਨੇ ਸਿਰਫ ਆਪਣੇ ਆਪਣੇ ਮੁਖ ਨੂੰ ਸਾਹਮਣੇ ਰੱਖਿਆ, ਉਹਨੇ ਸੰਸਾਰ ਦਾ ਕੁਝ ਭੋਗ ਭੋਗਣਾ ਤਾਂ ਮੁਖ ਸਾਹਮਣੇ ਰੱਖਿਆ। ਉਹਨੇ ਸੰਸਾਰ ਵਿੱਚ ਕਿਤੇ ਕੋਈ ਵਿਚਾਰ ਚਰਚਾ ਕਰਨੀ, ਉਹਨੇ ਤਾਂ ਆਪਣਾ ਮੁਖ ਸਾਹਮਣੇ ਰੱਖਿਆ। ਉਹ ਕਿਸੇ ਦੂਜੇ ਦੀ ਗੱਲ ਨੂੰ ਤਵੱਜੋ ਨਹੀਂ ਦਿੰਦਾ। ਇਸੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇੱਕ ਅੱਧਾ ਨਹੀਂ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਇਹੋ ਜੇ ਅਸੰਖਾਂ ਹੀ ਮੂਰਖ ਨੇ ਅੰਧ ਘੋਰ। ਧਿਆਨ ਦੇਣਾ ਸਾਧ ਸੰਗਤ, ਇੱਥੇ ਮੂਰਖ ਦੇ ਨਾਲ ਸ਼ਬਦ ਅੰਧ ਘੋਰ ਹੈ। ਅੰਧ ਦਾ ਮਤਲਬ ਹੁੰਦਾ ਹੈ ਹਨੇਰਾ ਤੇ ਘੋਰ ਦਾ ਮਤਲਬ ਹੁੰਦਾ ਹੈ ਬਹੁਤ ਜ਼ਿਆਦਾ। ਸਾਹਿਬ ਕਹਿੰਦੇ ਨੇ ਇਹੋ ਜਿਹੇ ਮੂਰਖ ਨੇ ਜਿਹੜੇ ਬੜੀ ਵੱਡੀ ਮੂਰਖਤਾ ਦੇ ਵਿੱਚ ਜੀ ਰਹੇ ਨੇ, ਜਿਨ੍ਹਾਂ ਦੇ ਅੰਦਰ ਕੁੱਪ ਹਨੇਰਾ ਹੈ। ਮਹਾ ਮੂਰਖ ਨੇ ਜਿਹੜੇ ਸੰਸਾਰ ਦੇ ਅੰਦਰ। ਸਤਿਗੁਰ ਕਹਿੰਦੇ ਨੇ ਉਹ ਸਿਰਫ ਅੱਤ ਦਰਜੇ ਦੀ ਮੂਰਖਤਾ ਦੇ ਅੰਦਰ ਹੀ ਜੀਵਨ ਜਿਉਂਦੇ ਨੇ। ਉਹ ਸਦਾ ਅੰਧਕਾਰ ਵਿੱਚ ਰਹਿੰਦੇ ਨੇ, ਹਨੇਰੇ ਵਿੱਚ ਰਹਿੰਦੇ ਨੇ, ਜਿਹਨੂੰ ਗੁਰੂ ਰਾਮਦਾਸ ਕਹਿੰਦੇ ਨੇ ਹਮ ਅੰਧੁਲੇ ਅੰਧ ਬਿਖੇ ਬਿਖਰਾਤੇ, ਕਿਉਂ ਚਾਲੇ ਗੁਰ ਚਾਲੇ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇਂ ਆਪਨ ਪਾਲੀ। ਸਤਿਗੁਰ ਉਹ ਮੂਰਖ ਨੇ, ਮੇਰੇ ਮਾਲਕ ਜੀ ਅਸੀਂ ਅੰਧਲੇ ਹਾਂ, ਅਗਿਆਨੀ ਹਾਂ। ਸਮਝ ਆ ਜਾਏ ਤੇ ਮੂਰਖਤਾ ਦੂਰ ਹੋ ਜਾਂਦੀ ਹੈ। ਪਰ ਜੇ ਬੰਦਾ ਮੂਰਖਤਾ ਨੂੰ ਜੀਵਨ ਬਣਾ ਲੇ ਤੇ ਸੱਚ ਜਾਣਿਓ ਫਿਰ ਉਹਦਾ ਕੋਈ ਇਲਾਜ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਇਸੇ ਕਰਕੇ ਕਹਿ ਰਹੇ ਨੇ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਸਤਿਗੁਰ ਤੇਰੀ ਕੁਦਰਤ ਦੇ ਅੰਦਰ ਅਸੰਖਾਂ ਹੀ ਚੋਰ ਨੇ। ਚੋਰ ਦਾ ਮਤਲਬ ਹੁੰਦਾ ਹੈ ਜਿਹੜੇ ਸੰਸਾਰ ਦੀਆਂ ਵਸਤੂਆਂ ਚੁਰਾਉਣ ਵਾਲੇ ਨੇ। ਹਰਾਮ ਖੋਰ ਦਾ ਮਤਲਬ ਹੁੰਦਾ ਹੈ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਜੋ ਕੁਝ ਉਹ ਖਾਂਦੇ ਨੇ ਉਹ ਹਰਾਮ ਦਾ, ਭਾਵ ਮਿਹਨਤ ਦਾ ਨਹੀਂ। ਉਹ ਸਿਰਫ ਦੂਜਿਆਂ ਤੇ ਵਧੀਕੀਆਂ ਕਰਕੇ, ਚੋਰੀਆਂ ਕਰਕੇ ਆਪਣੇ ਜੀਵਨ ਦਾ ਆਧਾਰ ਬਣਾਉਂਦੇ ਨੇ ਉਹਨਾਂ ਚੀਜ਼ਾਂ ਨੂੰ।
ਐਸੇ ਸਤਿਗੁਰ ਕਹਿੰਦੇ ਨੇ ਚੋਰ ਹਰਾਮਖੋਰ ਬੇਅੰਤ ਨੇ ਤੇਰੀ ਕੁਦਰਤ ਦੇ ਅੰਦਰ, ਜਿਨ੍ਹਾਂ ਨੇ ਸਿਰਫ ਚੋਰੀ ਨੂੰ ਭਾਵ ਜਿਨ੍ਹਾਂ ਨੇ ਸਿਰਫ ਹਰਾਮ ਦੇ ਖਾਣੇ ਨੂੰ, ਹਰਾਮ ਦੀਆਂ ਵਸਤੂਆਂ ਨੂੰ ਆਪਣਾ ਜੀਵਨ ਬਣਾ ਲਿਆ, ਐਸੇ ਸਤਿਗੁਰ ਕਹਿੰਦੇ ਨੇ ਮਾਲਕ ਤੇਰੀ ਕੁਦਰਤ ਅੰਦਰ ਬੇਅੰਤ ਨੇ। ਧਿਆਨ ਦੇਣਾ, ਸੱਜਣ ਦਾ ਕਰਮ ਵੀ ਇਹੀ ਸੀ, ਭੂਮੀਏ ਚੋਰ ਦੇ ਕਰਮ ਵੀ ਇਹੀ ਸਨ, ਪਰ ਜਦੋਂ ਸੱਚੇ ਗੁਰੂ ਦੀ ਥਾਪਣਾ ਮਿਲ ਜਾਂਦੀ ਏ ਫਿਰ ਸੱਜਣ ਚੋਰ ਨਹੀਂ ਰਹਿੰਦੇ, ਫਿਰ ਸੱਜਣ ਸੱਜਣ ਬਣ ਜਾਂਦੇ ਨੇ। ਫਿਰ ਭੂਮੀਏ ਚੋਰ ਨਹੀਂ ਰਹਿੰਦੇ, ਫਿਰ ਭਾਈ ਭੂਮੀਏ ਸ਼ਾਹ ਵਰਗੇ ਭੂਮੀਏ ਬਣ ਜਾਂਦੇ ਨੇ ਜਦੋਂ ਗੁਰੂ ਦੀ ਥਾਪਣਾ ਮਿਲ ਜਾਏ। ਪਰ ਸਤਿਗੁਰ ਕਹਿੰਦੇ ਨੇ ਤੇਰੀ ਇਸ ਕੁਦਰਤ ਦੇ ਅੰਦਰ ਬੇਅੰਤ ਚੋਰ ਨੇ। ਧਿਆਨ ਦੇਣਾ, ਬੈਠੇ ਨੇ ਆਫਿਸ ਦੇ ਅੰਦਰ, ਏਸੀ ਕਮਰਿਆਂ ਦੇ ਅੰਦਰ, ਲੱਖਾਂ ਰੁਪਏ ਉਹਨਾਂ ਨੂੰ ਤਨਖਾਹ ਮਿਲਦੀ ਏ, ਪਰ ਖਿਆਲ ਕਰਿਓ ਕਿਸੇ ਦਾ ਕੰਮ ਕਰਨ ਲੱਗਿਆਂ ਉਹਨਾਂ ਦੇ ਅੰਦਰ ਇਹੀ ਭਾਵਨਾ ਹੁੰਦੀ, ਇਹੀ ਵਿਚਾਰ ਹੁੰਦੀ ਏ ਵੀ ਤੇਰਾ ਕੰਮ, ਇਸ ਬੰਦੇ ਦਾ ਕੰਮ ਤਾਂ ਕਰਨਾ ਜੇ ਇਹਦੇ ਬਦਲੇ ਵਿੱਚ ਇੰਨੀ ਰਿਸ਼ਵਤ ਮਿਲ ਜਾਏ। ਹਰਾਮਖੋਰੀ ਹੈ ਨਾ, ਇੰਨੀ ਤਨਖਾਹ ਮਿਲਦੀ ਏ, ਸਰਕਾਰ ਜਿਸ ਕੰਮ ਦੇ ਲਈ ਤਨਖਾਹ ਦਿੰਦੀ ਏ ਉਸ ਦਿੱਤੀ ਹੋਈ ਤਨਖਾਹ ਤੇ ਉਹਦੇ ਤੇ ਬੰਦੇ ਦਾ ਆਪਣਾ ਧਿਆਨ ਨਹੀਂ ਵੀ ਮਾਲਕ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ। ਐਸੇ ਬੜੇ ਨੇ ਦੁਨੀਆ ਦੇ ਅੰਦਰ ਜਿਹੜੇ ਗਰੀਬੜਾ ਜਿਹਾ ਬੰਦਾ ਉਹਦੇ ਕੋਲੋਂ ਕੰਮ ਕਰਾਉਣ ਆਇਆ, ਜਿੰਦੇ ਘਰ ਵਿੱਚ 2 ਵਕਤ ਚੁੱਲ੍ਹਾ ਬੜੀ ਮੁਸ਼ਕਲ ਨਾਲ ਬਲਦਾ ਹੈ, ਤੇ ਖਿਆਲ ਕਰਿਓ ਉਹਦੇ ਕੋਲੋਂ ਵੀ ਧਿਆਨ ਇਹ ਹੁੰਦਾ ਹੈ, ਇਹ ਐਕਸੈਪਟ ਕਰਦੇ ਨੇ ਵੀ ਇਸ ਬੰਦੇ ਦੇ ਕੋਲੋਂ ਵੀ ਮੈਨੂੰ ਕੁਝ ਮਿਲ ਜਾਏ। ਗੁਰਦੇਵ ਪਿਤਾ ਕਹਿੰਦੇ ਨੇ ਇਹ ਚੋਰ ਨੇ। ਫਰਕ ਸਿਰਫ ਇੰਨਾ ਹੈ, ਖਿਆਲ ਕਰਿਓ ਦੁਨਿਆਵੀ ਤੌਰ ਤੇ ਕੋਈ ਬੰਦਾ ਚੋਰੀ ਕਰਦਾ ਫੜਿਆ ਜਾਏ, ਜਿਵੇਂ ਰਾਤ ਨੂੰ ਚੋਰ ਚੋਰੀ ਕਰਦੇ ਨੇ, ਸੰਨ ਲਾਉਂਦੇ ਨੇ ਘਰਾਂ ਨੂੰ, ਉਹ ਬੰਦੇ ਫੜੇ ਜਾਣ ਤੇ ਚੋਰ ਨੇ, ਉਹਨਾਂ ਲਈ ਸਜ਼ਾ ਨਿਯਤ ਹੁੰਦੀ ਏ। ਪਰ ਖਿਆਲ ਕਰਿਓ ਇਹ ਬੰਦ ਕਮਰਿਆਂ ਦੇ ਅੰਦਰ, ਏਸੀ ਕਮਰਿਆਂ ਦੇ ਅੰਦਰ ਬੈਠੇ ਹੋਏ ਉਹਨਾਂ ਚੋਰਾਂ ਨਾਲੋਂ ਵੀ ਵੱਡੇ ਚੋਰ ਨੇ। ਔਰ ਇਹ ਕਿਤੇ ਇੱਕ ਥਾਂ ਤੇ ਨਹੀਂ, ਇਹ ਹਰ ਥਾਂ ਤੇ ਤੁਹਾਨੂੰ ਮਿਲਣਗੇ। ਧਿਆਨ ਦੇਣਾ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਧਰਮ ਦੇ ਅੰਦਰ ਵੀ ਇਸ ਗੱਲ ਨੂੰ ਲਿਆ ਕੇ, ਜਦੋਂ ਆਪ ਜਦ ਪਾਵਨ ਆਸਾ ਕੀ ਵਾਰ ਪੜ੍ਹਦੇ ਹੋ ਤੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਸਾਹਿਬ ਕਹਿੰਦੇ ਨੇ ਵੇਖੋ ਇਨਸਾਨ ਮਰਿਆ ਤੇ ਮਰਨ ਤੋਂ ਬਾਅਦ ਧਰਮ ਦੇ ਆਗੂ ਨੇ, ਧਰਮ ਦੇ ਠੇਕੇਦਾਰ ਨੇ ਉਸ ਬੰਦੇ ਨੂੰ ਆਖਿਆ ਵੀ ਤੁਹਾਡੇ ਪਿਤਾ ਤੱਕ ਸਮਾਨ ਮੈਂ ਪਹੁੰਚਾਵਾਂਗਾ, ਤੁਸੀਂ ਆਪਣੇ ਪਿਤਾ ਦੇ ਨਿਮਿਤ ਵਸਤੂਆਂ ਮੈਨੂੰ ਲਿਆ ਕੇ ਦਿਓ। ਲੋਕਾਂ ਨੇ ਬਿਸਤਰ ਦਿੱਤੇ, ਭਾਂਡੇ ਦਿੱਤੇ, ਬਰਤਨ ਦਿੱਤੇ, ਲੋਕਾਂ ਨੇ ਹੋਰ ਸੰਸਾਰ ਦੀਆਂ ਵਸਤੂਆਂ ਮਾਇਆ ਭੇਟ ਕੀਤੀ ਵੀ ਸਾਡੇ ਬਜ਼ੁਰਗ ਤੱਕ ਪਹੁੰਚ ਜਾਏ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਵੱਡੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ। ਪਾਤਸ਼ਾਹ ਕਹਿੰਦੇ ਨੇ ਵੇਖੋ ਇਹੋ ਜਿਹੇ ਜਿਹੜੇ ਦਲਾਲੀ ਕਰਨ ਵਾਲੇ ਨੇ ਉਹਨਾਂ ਨੂੰ ਪਾਤਸ਼ਾਹ ਕਹਿੰਦੇ ਨੇ ਚੋਰ ਹਰਾਮਖੋਰ, ਜੋ ਦੁਨੀਆ ਤੱਕ ਸੱਚ ਨਹੀਂ ਪਹੁੰਚਾ ਰਹੇ, ਜੋ ਦੁਨਿਆਵੀ ਲੋਕਾਂ ਨੂੰ, ਸੰਸਾਰ ਦੇ ਲੋਕਾਂ ਨੂੰ ਸੱਚੇ ਗਿਆਨ ਨਾਲ ਨਹੀਂ ਜੋੜ ਰਹੇ, ਜਿਨ੍ਹਾਂ ਦਾ ਮੰਤਵ ਹੀ ਇਹ ਬਣ ਗਿਆ ਵੀ ਲੋਕਾਂ ਨੂੰ ਭਰਮਾਂ ਵਿੱਚ ਪਾਓ, ਭੁਲੇਖਿਆਂ ਵਿੱਚ ਪਾਓ, ਉਹਨਾਂ ਕੋਲੋਂ ਸੰਸਾਰ ਦੀ ਮਾਇਆ ਇਕੱਠੀ ਕਰ ਲਓ। ਸਭ ਕਹਿੰਦੇ ਨੇ ਅਸਲ ਵਿੱਚ ਇਹ ਵੀ ਚੋਰ ਨੇ। ਧਿਆਨ ਦੇਣਾ ਸਾਧ ਸੰਗਤ, ਜੇ ਆਪਾਂ ਇਹਨਾਂ ਚੀਜ਼ਾਂ ਨੂੰ ਵਿਚਾਰਨ ਲੱਗ ਜਾਈਏ ਤੇ ਬੇਅੰਤ ਨੇ, ਪਰ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਤਰੀਕੇ ਬਦਲ ਜਾਂਦੇ ਨੇ, ਢੰਗ ਬਦਲ ਜਾਂਦੇ ਨੇ, ਪਰ ਸਤਿਗੁਰ ਕਹਿੰਦੇ ਨੇ ਮੇਰੇ ਮਾਲਕ ਤੇਰੀ ਕੁਦਰਤ ਦੇ ਅੰਦਰ ਅਸੰਖਾਂ ਹੀ ਚੋਰ ਨੇ। ਕੋਈ ਰਾਤ ਨੂੰ ਚੋਰੀ ਕਰ ਰਿਹਾ ਹੈ, ਕੋਈ ਦਿਨ ਦਿਹਾੜੇ ਚੋਰੀ ਕਰ ਰਿਹਾ ਹੈ। ਇੱਥੇ ਸਤਿਗੁਰ ਜੀ ਬੜੇ ਨੇ ਜਿਹੜੇ ਹੱਕ ਪਰਾਇਆ ਨਾਨਕਾ, ਉਸ ਸੂਵਰ ਉਸ ਗਾਏ, ਗੁਰ ਪੀਰ ਹਮਾ ਤਾਂ ਪਰੈ ਜਾਂ ਮੁਰਦਾਰ ਨਾ ਖਾਏ। ਇੱਥੇ ਬੜੇ ਨੇ ਸਤਿਗੁਰੂ ਜਿਹੜੇ ਧਾਰਮਿਕ ਦੁਆਰੇ ਤੇ ਆ ਕੇ ਬੜੀ ਮਾਇਆ ਅਰਪਣ ਕਰਦੇ ਨੇ ਦੋਗ ਦਿਖਾਵੇ ਲਈ, ਪਰ ਸੰਸਾਰਿਕ ਤਲ ਤੇ ਉਹ ਲੋਕਾਂ ਦਾ ਖੂਨ ਵੀ ਚੂਸਦੇ ਨੇ। ਉਹ ਜੋਕਾਂ ਬਣ ਕੇ ਲੋਕਾਂ ਦੇ ਸਰੀਰ ਨੂੰ ਲੱਗੀਆਂ ਹੋਈਆਂ ਨੇ, ਜਿਹੜੀਆਂ ਸਦਾ ਨਿਮਾਣੇ ਤੇ ਨਿਤਾਣੇ ਤੇ ਗਰੀਬ ਬੰਦੇ ਦਾ ਲਹੂ ਚੂਸਦੇ ਨੇ। ਸਤਿਗੁਰ ਕਹਿੰਦੇ ਨੇ ਇਹੋ ਜਿਹੇ ਹਜ਼ਾਰਾਂ ਨਹੀਂ, ਲੱਖਾਂ ਨੇ, ਕਰੋੜਾਂ ਨੇ, ਗਿਣਤੀ ਨਹੀਂ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿੰਨੇ ਕੁ ਨੇ, ਅਸੰਖ ਚੋਰ ਹਰਾਮਖੋਰ, ਜਿਨ੍ਹਾਂ ਨੇ ਹਰਾਮ ਦੀ ਕਮਾਈ ਨੂੰ ਆਪਣਾ ਆਹਾਰ ਬਣਾ ਲਿਆ, ਜਿਹੜੇ ਕਹਿੰਦੇ ਨੇ ਹਰਾਮ ਦੀ ਕਮਾਈ ਹੀ ਭਲੀ ਏ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਹੱਕ ਪਰਾਇਆ ਕਦੀ ਫਲਦਾ ਨਹੀਂ। ਭਲਿਆ ਜਿਹੋ ਜਿਹਾ ਬੀਜ ਜੀਵਨ ਵਿੱਚ ਬੀਜ ਰਿਹਾ ਹੈ ਉਹੋ ਜਿਹਾ ਤੈਨੂੰ ਫਲ ਮਿਲੇਗਾ। ਇਹ ਤੇਰੇ ਅੰਦਰੋਂ ਨਿਕਲੇਗਾ, ਅੱਜ ਨਹੀਂ ਤੇ ਕੱਲ ਨਿਕਲੇਗਾ। ਇਹ ਤੇਰੇ ਪਰਿਵਾਰ ਦੇ ਜੀਆਂ ਵਿੱਚੋਂ ਨਿਕਲੇਗਾ। ਫਰਕ ਸਿਰਫ ਇੰਨਾ ਹੈ, ਜਿੱਦਣ ਨਿਕਲੇਗਾ ਉਹ ਦਿਨ ਕਿਸੇ ਡਾਕਟਰ ਦੀ ਗੋਲਕ ਵਿੱਚ, ਗੱਲੇ ਦੇ ਵਿੱਚ ਪੈਸੇ ਪਾਏਗਾ। ਅੱਜ ਕਿਸੇ ਗਰੀਬ ਦਾ ਹੱਕ ਖਾ ਰਿਹਾ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਹੀਂ,
ਅਸੰਖਾਂ ਹੀ ਚੋਰ ਨੇ ਸਤਿਗੁਰੂ। ਅਸੰਖ ਅਮਰ ਕਰ ਜਾਹੇ ਜੋਰ। ਅਮਰ ਦਾ ਅਰਥ ਹੈ ਸਾਧ ਸੰਗਤ ਹੁਕਮ, ਜੋਰ ਦਾ ਮਤਲਬ ਹੈ ਬਲ। ਪਾਤਸ਼ਾਹ ਕਹਿੰਦੇ ਨੇ ਅਸੰਖਾਂ ਹੀ ਐਸੇ ਨੇ ਜਿਹੜੇ ਹੁਕਮ ਕਰਦੇ ਨੇ ਤੇ ਹੁਕਮ ਕਰਦੇ ਨੇ ਸਾਡਾ ਹੁਕਮ ਜ਼ੋਰ ਨਾਲ ਬਲ ਨਾਲ ਮੰਨਿਆ ਜਾਏ। ਬੜੇ ਨੇ ਐਸੇ ਸੰਸਾਰ ਵਿੱਚ ਜਿਹੜੇ ਸਿਰਫ ਜ਼ੋਰ ਦੇ ਨਾਲ ਆਪਣਾ ਹੁਕਮ ਮਨਾਉਣਾ ਚਾਹੁੰਦੇ ਨੇ। ਖਿਆਲ ਕਰਿਓ, ਤੁਸੀਂ ਕਿਤੇ ਚਲੇ ਜਾਓ, ਹਰ ਬੰਦਾ ਜ਼ੋਰ ਦੇ ਨਾਲ ਯਤਨ ਕਰ ਰਿਹਾ। ਇੱਥੇ ਔਰੰਗਜ਼ੇਬ ਵਰਗੇ ਪੜੇ ਨੇ ਜਿਹੜੇ ਕਹਿੰਦੇ ਸੀ ਸਵਾ ਮਣ ਜੰਜੂ ਰੋਜ਼ ਲਾ ਦਿਓ। ਇਹਨਾਂ ਨੂੰ ਜ਼ੋਰ ਦੇ ਨਾਲ ਆਪਣੇ ਧਰਮ ਦੇ ਵਿੱਚ ਤਬਦੀਲ ਕਰ ਲਓ। ਇੱਥੇ ਬੜੇ ਨੇ ਫਰਕਸ਼ੀਅਰ ਵਰਗੇ, ਇੱਥੇ ਬੜੇ ਨੇ ਜਿਸ ਸੰਸਾਰ ਦੇ ਅੰਦਰ ਜਿਨ੍ਹਾਂ ਨੇ ਜ਼ੋਰ ਲਾਇਆ ਸੰਸਾਰ ਦੇ ਤਖਤੇ ਤੇ ਵੀ ਲੋਕਾਂ ਨੂੰ ਜ਼ੋਰ ਦੇ ਨਾਲ ਬਲ ਦੇ ਨਾਲ ਆਪਣਾ ਹੁਕਮ ਆਪਣੀ ਗੱਲ ਬਣਾ ਲਓ। ਰਾਜੇ ਮਹਾਰਾਜੇ ਹੋਏ ਸੰਸਾਰ ਅੰਦਰ। ਅਜੋਕੇ ਸਮੇਂ ਦੇ ਅੰਦਰ ਧਿਆਨ ਦੇਣਾ ਸਾਧ ਸੰਗਤ, ਹਰ ਬੰਦਾ ਯਤਨ ਕਰ ਰਿਹਾ ਜਿਹੜਾ ਸਭ ਤੋਂ ਉੱਚੀ ਪੋਸਟ ਤੇ ਬੈਠਾ ਹੈ ਉਹ ਆਪਣੇ ਤੋਂ ਥੱਲੇ ਤੇ ਜ਼ੋਰ ਜਮਾਉਣਾ ਚਾਹੁੰਦਾ ਹੈ। ਜਿਹੜਾ ਉਸ ਤੋਂ ਥੱਲੇ ਬੈਠਾ ਹੈ ਉਸ ਤੋਂ ਥੱਲੇ ਤੇ ਲਿਆ ਕੇ ਜ਼ੋਰ ਜਮਾਉਣਾ ਚਾਹੁੰਦਾ ਹੈ। ਜਿੰਦੀ ਕਿੱਥੇ ਨਹੀਂ ਚੱਲਦੀ ਉਹ ਆਪਣੇ ਘਰ ਆ ਕੇ ਚਲਾਉਣਾ ਚਾਹੁੰਦਾ ਹੈ। ਤੇ ਧਿਆਨ ਦੇਣਾ ਜਿੰਦੀ ਘਰ ਵੀ ਨਹੀਂ ਚੱਲਦੀ ਉਹ ਫਿਰ ਧਾਰਮਿਕ ਦੁਆਰਿਆਂ ਤੇ ਆ ਕੇ ਗੁਰਦੁਆਰਿਆਂ ਦੇ ਅੰਦਰ ਆ ਕੇ ਭਾਈਆਂ ਤੇ ਚਲਾਉਣਾ ਚਾਹੁੰਦਾ ਹੈ। ਉਹ ਕਹਿੰਦਾ ਮੇਰੀ ਕਿਤੇ ਨਹੀਂ ਮੰਨੀ ਜਾਂਦੀ, ਘੱਟ ਤੋਂ ਘੱਟ ਇਹ ਤੇ ਮੰਨਣ। ਉਹ ਇੱਥੇ ਆ ਕੇ ਗੁੱਸਾ ਕਰਦਾ ਹੈ, ਇੱਥੇ ਆ ਕੇ ਆਪਣੇ ਅੰਦਰ ਦੇ ਵਲਵਲੇ ਉਹਨਾਂ ਸੇਵਾਦਾਰਾਂ ਤੇ ਉਹਨਾਂ ਗੁਰੂ ਘਰ ਦੇ ਅੰਦਰ ਕਰਮ ਕਰਨ ਵਾਲਿਆਂ ਤੇ ਧਾਰਮਿਕ ਦੁਆਰਿਆਂ ਤੇ ਕਰਮ ਕਰਨ ਵਾਲੇ ਲੋਕਾਂ ਤੇ ਚੜਾਉਂਦਾ ਹੈ। ਹੁਣ ਸਤਿਗੁਰ ਕਹਿੰਦੇ ਨੇ ਐਸੇ ਬੇਅੰਤ ਨੇ ਮੇਰੇ ਮਾਲਕ ਤੇਰੀ ਕੁਦਰਤ ਵਿੱਚ ਜਿਹੜੇ ਜ਼ੋਰ ਦੇ ਨਾਲ ਹੁਕਮ ਦੇ ਨਾਲ ਜ਼ੋਰ ਨਾਲ ਆਪਣਾ ਹੁਕਮ ਮਨਾਉਣਾ ਚਾਹੁੰਦੇ ਨੇ। ਉਹ ਸਤਿਗੁਰ ਜੀ ਦੁਨੀਆ ਦੇ ਵੱਖ-ਵੱਖ ਥਾਵਾਂ ਤੇ ਬੈਠੇ ਹੋਏ ਨੇ, ਕਿਤੇ ਪਤੀ ਪਤਨੀ ਦੇ ਉੱਤੇ, ਕਿਤੇ ਪਤਨੀ ਪਤੀ ਦੇ ਉੱਤੇ। ਇਹ ਸਤਿਗੁਰ ਜੀ ਕਹਿੰਦੇ ਨੇ ਮੇਰੇ ਮਾਲਕ ਜੀ ਹੈ ਵਧੀਕੀ, ਪਰ ਪਾਤਸ਼ਾਹ ਕਹਿੰਦੇ ਨੇ ਜ਼ੋਰ ਦੇ ਨਾਲ ਹੁਕਮ ਮਨਾਇਆ ਇਹ ਸਦਾ ਨਹੀਂ ਰਹਿੰਦਾ। ਭਲਿਆ ਵੇਖ ਤੂੰ ਵੀ ਪਰਮਾਤਮਾ ਦੇ ਹੁਕਮ ਵਿੱਚ ਜੀ ਰਿਹਾ ਹੈ, ਤੇਰੇ ਉੱਤੇ ਜੇ ਪਰਮਾਤਮਾ ਦਾ ਹੁਕਮ ਲਾਗੂ ਹੈ, ਜਿੱਦਨ ਉਸ ਦਾ ਡੰਡਾ ਵੱਜਾ ਨਾ ਦਾਤਾਰ ਪਿਤਾ ਕਹਿੰਦੇ ਨੇ ਉਦੋਂ ਤੈਨੂੰ ਸਭ ਕੁਝ ਛੱਡ ਕੇ ਜਾਣਾ ਪੈਣਾ। ਇਸੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅਸੰਖ ਅਮਰ ਕਰ ਜਾਹੇ ਜੋਰ। ਅਸੰਖਾਂ ਹੀ ਨੇ ਦਾਤਾਰ ਪਿਤਾ ਤੇਰੀ ਕੁਦਰਤ ਵਿੱਚ ਜਿਹੜੇ ਧੱਕੇ ਨਾਲ ਆਪਣਾ ਹੁਕਮ ਮਨਾ ਰਹੇ ਨੇ, ਜ਼ੋਰ ਨਾਲ ਆਪਣਾ ਹੁਕਮ ਮਨਾ ਰਹੇ ਨੇ। ਜਿਹੜੇ ਕਹਿੰਦੇ ਨੇ ਜ਼ੋਰ ਨਾਲ ਹੁਕਮ ਮੰਨਿਆ ਜਾਏ ਸਾਚੇ ਗੁਰਮਖੋ, ਇਹ ਜ਼ੋਰ ਹੀ ਤੇ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਵਰਸਾਏ ਸਿੱਖ ਜਿਨ੍ਹਾਂ ਨੂੰ ਚਾਰ ਦੀਵਾਰਾਂ ਦੇ ਅੰਦਰ ਡੱਕਿਆਂ ਨੂੰ 30-30 ਸਾਲ ਹੋ ਗਏ ਨੇ, ਜੇਲ੍ਹਾਂ ਵਿੱਚ ਬੰਦ ਕੀਤਿਆਂ ਨੂੰ। ਮੈਂ ਬੇਨਤੀ ਕਰਦਿਆਂ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ। ਜੋ ਅਦਾਲਤ ਵੱਲੋਂ ਸਜ਼ਾ ਦਿੱਤੀ ਗਈ ਪੂਰੀ ਹੋ ਗਈ ਹੈ। ਪੂਰੀ ਸਜ਼ਾ ਹੋਇਆ ਨੂੰ ਵੀ 10-10 ਸਾਲ ਹੋ ਗਏ ਨੇ, ਅਜੇ ਵੀ ਜੇਲ੍ਹਾਂ ਤੋਂ ਬਾਹਰ ਨਹੀਂ ਕੱਢੇ ਜਾ ਰਹੇ। ਇਹ ਹੈ ਅਸੰਖ ਅਮਰ ਕਰ ਜਾਹੀ ਜੋਰ। ਉਹ ਬੰਦੀ ਸਿੱਖ ਜਿਹੜੇ ਧਰਮ ਦੇ ਜੁਝਾਰੂ ਸਿੱਖ ਨੇ। ਤੇ ਖਿਆਲ ਕਰਿਓ ਸਾਡੇ ਵਰਗੇ ਜਿਹੜੇ ਲੋਕ ਨੇ ਅੱਜ ਅਸੀਂ ਉਹਨਾਂ ਲਈ ਆਵਾਜ਼ ਚੁੱਕਣ ਤੋਂ ਵੀ ਗੁਰੇਜ਼ ਕਰਨੇ ਪਏ ਆ। ਸਾਨੂੰ ਇੰਝ ਲੱਗਦਾ ਵੀ ਜੇ ਅਸੀਂ ਆਵਾਜ਼ ਚੁੱਕੀ ਕਿਤੇ ਅਸੀਂ ਨਾ ਦੋਸ਼ੀ ਬਣ ਜਾਈਏ। ਮਾਫ ਕਰਿਓ, ਅਸੀਂ ਦੋਸ਼ੀ ਹਾਂ ਕਿਉਂਕਿ ਅਸੀਂ ਆਵਾਜ਼ ਨਹੀਂ ਚੁੱਕਦੇ ਪਏ। ਜਿੱਦਨ ਆਵਾਜ਼ ਚੁੱਕਾਂਗੇ ਉਦਨ ਧਰਮ ਦੇ ਅਸਲ ਪੈਰੋਕਾਰ ਬਣਾਂਗੇ। ਪਾਤਸ਼ਾਹ ਕਹਿੰਦੇ ਨੇ ਬੜੇ ਨੇ, ਇਹ ਕੋਈ ਖਤਮ ਥੋੜਾ ਹੋਈ ਹੈ ਖੇਡ, ਇਹ ਪਹਿਲੋਂ ਵੀ ਸੀ ਅੱਜ ਵੀ ਹੈ ਤੇ ਪ੍ਰਮਾਤਮਾ ਦੀ ਕੁਦਰਤ ਵਿੱਚ ਸਦਾ ਰਹੇਗੀ। ਇੱਥੇ ਜਿਸ ਬੰਦੇ ਕੋਲੋਂ ਜ਼ੋਰ ਹੈ ਉਹ ਯਤਨ ਕਰਦਾ ਹੈ ਮੈਂ ਆਪਣਾ ਹੁਕਮ ਜ਼ੋਰ ਨਾਲ ਚਲਾਵਾਂ, ਪਰ ਸਾਹਿਬ ਕਹਿੰਦੇ ਨੇ ਕਦੀ ਜ਼ੋਰ ਨੂੰ ਆਪਣੇ ਅੰਦਰੋਂ ਕੱਢ ਕੇ ਆਪਣੇ ਅੰਦਰ ਕਦੀ ਭਾਉ ਲੈ ਕੇ ਆ, ਕਦੀ ਪ੍ਰੇਮ ਲੈ ਕੇ ਆ। ਪ੍ਰੇਮ ਦੇ ਵਿੱਚ ਕਿਸੇ ਬੰਦੇ ਦੀ ਜਾਨ ਵੀ ਮੰਗੇਗਾ ਤੇ ਜਾਨ ਵੀ ਦੇ ਦੇਗਾ। ਜ਼ੋਰ ਦੇ ਨਾਲ ਤੂੰ ਆਖੇਗਾ ਤੇ ਸੱਚ ਵਿੱਚ ਬੰਦਾ ਕੋ ਲੜੇਗਾ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅਸੰਖਾਂ ਨੇ ਸਤਿਗੁਰ ਤੇਰੀ ਕੁਦਰਤ ਵਿੱਚ ਜਿਹੜੇ ਆਪਣਾ ਹੁਕਮ ਬੜੇ ਜ਼ੋਰ ਨਾਲ ਮਨਾਉਣਾ ਚਾਹੁੰਦੇ ਨੇ। ਅਸੰਖ ਗਲਵੱਡ ਹੱਤਿਆ ਕਮਾਹੇ। ਇਹ ਸਤਿਗੁਰ ਅਸੰਖਾਂ ਹੀ ਐਸੇ ਨੇ ਜਿਹੜੇ ਲੋਕਾਂ ਦਾ ਗਲਵੱਡ ਦਾ ਮਤਲਬ ਇਹ ਨਹੀਂ ਵੀ ਛੁਰੀ ਨਾਲ ਗਲ ਵੱਢਣ ਵਾਲੇ। ਗਲਵੱਡ ਦਾ ਅਰਥ ਹੈ ਸਾਧ ਸੰਗਤ ਜੀ ਹੱਤਿਆ ਕਰਨ ਵਾਲੇ, ਖੂਨ ਕਰਨ ਵਾਲੇ, ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਅਨੇਕਾਂ ਹੱਤਿਆਵਾਂ ਕੀਤੀਆਂ ਨੇ, ਅਨੇਕਾਂ ਲੋਕਾਂ ਦੇ ਕਤਲ ਕੀਤੇ ਨੇ, ਕਤਲੋ ਗਾਰਤ ਕੀਤੀ ਹੈ, ਮਾਰਿਆ ਹੈ। ਐਸੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅਸੰਖਾਂ ਨੇ। ਪਰ ਕਾਰਨ ਕੀ ਹੁੰਦਾ ਹੈ ਸਾਧ ਸੰਗਤ? ਕਾਰਨ ਸਿਰਫ ਹੁੰਦਾ ਹੈ ਮਾਇਆ ਜਾਂ ਪਦਾਰਥ। ਪਰ ਇਹਨਾਂ ਪਦਾਰਥਾਂ ਦੇ ਲਈ ਬੰਦਾ ਇੰਨਾ ਨੀਵਾਂ ਡਿੱਗ ਜਾਂਦਾ ਹੈ।
ਇਸ ਹੱਦ ਤੱਕ ਚਲਾ ਜਾਂਦਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਸਤਿਗੁਰੂ ਅਸਲ ਵਿੱਚ ਇਹ ਮੂਰਖ ਲੋਕ ਨੇ, ਘੋਰ ਅੰਧਕਾਰ ਵਿੱਚ ਜੀਣ ਵਾਲੇ ਲੋਕ ਨੇ, ਜਿਹੜੇ ਲੋਕਾਂ ਦਾ ਗਲ ਵੱਢ ਕੇ ਉਹਨਾਂ ਦੀ ਹੱਤਿਆ ਕਰਕੇ, ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਉਹ ਕਹਿੰਦੇ ਨੇ ਅਸੀਂ ਸਾਡੇ ਜੀਵਨ ਦਾ ਨਿਰਵਾਹ ਹੈ। ਪਰ ਪਾਤਸ਼ਾਹ ਕਹਿੰਦੇ ਨੇ ਉਹ ਭਲੇ ਭੁੱਲ ਜਾਂਦੇ ਨੇ, ਅੱਜ ਤੂੰ ਕਿਸੇ ਦਾ ਗਲਾ ਵੱਢ ਰਿਹਾ, ਸੱਚ ਜਾਣੀ ਕੱਲ ਨੂੰ ਕੋਈ ਤੇਰੇ ਤੋਂ ਵੱਡਾ ਹੋਏਗਾ, ਉਹ ਤੇਰਾ ਵੀ ਗਲਾ ਵੱਢੇਗਾ, ਉਹ ਤੇਰੀ ਵੀ ਹੱਤਿਆ ਕਰੇਗਾ। ਇਹ ਸੰਸਾਰ ਦਾ ਨਿਯਮ ਹੈ, ਇਹ ਕੁਦਰਤ ਦਾ ਨਿਯਮ ਹੈ। ਦਾਤਾਰ ਪਿਤਾ ਕਹਿੰਦੇ ਨੇ, ਕਿਉਂ ਰੱਬ ਦੀ ਕੁਦਰਤ ਦੇ ਅੰਦਰ ਇਨੀ ਨਫ਼ਰਤ ਫੈਲਾਨਾ ਹੈ? ਇੱਥੇ ਭਲਿਆ ਪਿਆਰ ਵੰਡੇਗਾ ਤੇ ਪਿਆਰ ਮਿਲੇਗਾ। ਇਸ ਮਾਲਕ ਦੀ ਬਣਾਈ ਕੁਦਰਤ ਵਿੱਚ ਸਭੇ ਸਾਂਝੀਵਾਲ ਸਦਾਇਨ ਤੂੰ ਕਿਸੇ ਨਾ ਦਿਸੈ ਬਾਹਰਾ ਜੀਓ, ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਦੇ ਫਲਸਫੇ ਨੂੰ ਲੈ ਕੇ ਚੱਲ। ਪਰ ਸਾਹਿਬ ਕਹਿੰਦੇ ਨੇ ਨਾ ਸਮਝ ਬੰਦਾ ਹੈ। ਅਸੰਖਾਂ ਹੀ ਐਸੇ ਨੇ ਹੇ ਦਾਤਾਰ ਪਿਤਾ, ਜਿਹੜੇ ਗਲ ਵੱਢ ਕੇ ਲੋਕਾਂ ਨੂੰ ਉਹਨਾਂ ਨੂੰ ਮਾਰਦੇ ਨੇ ਤੇ ਉਹ ਹੱਤਿਆ ਕਮਾ ਕੇ ਆਪਣੇ ਜੀਵਨ ਦਾ ਆਹਾਰ ਬਣਾਉਂਦੇ ਨੇ। ਉਹ ਗਲ ਵੱਢ ਹੱਤਿਆ ਕਮਾਉਣ ਨੂੰ ਹੀ, ਕਤਲ ਕਰਨ ਨੂੰ, ਖੂਨ ਕਰਨ ਨੂੰ ਹੀ ਆਪਣਾ ਜੀਵਨ ਸਮਝਦੇ ਨੇ। ਪਾਤਸ਼ਾਹ ਕਹਿੰਦੇ ਨੇ ਅਸੀਂ ਅਸੰਖਾਂ ਨੇ, ਉਹਨਾਂ ਦੀ ਵੀ ਗਿਣਤੀ ਨਹੀਂ ਜਿਨ੍ਹਾਂ ਦੇ ਜੀਵਨ ਦਾ ਇਹ ਕਰਮ ਬਣ ਚੁੱਕਾ ਹੈ। ਪਰ ਪਾਤਸ਼ਾਹ ਕਹਿੰਦੇ ਨੇ ਅਸੰਖ ਪਾਪੀ ਪਾਪ ਕਰ ਜਾਹੇ। हे ਮੇਰੇ ਮਾਲਕ ਜੀ, ਅਸੰਖਾਂ ਹੀ ਪਾਪੀ ਨੇ ਜਿਹੜੇ ਪਾਪ ਕਰਦੇ ਨੇ, ਪਾਪ ਕਮਾਉਂਦੇ ਨੇ ਤੇ ਪਾਪ ਕਮਾ ਕਮਾ ਕੇ ਅੰਤ ਨੂੰ ਸੰਸਾਰ ਵਿੱਚੋਂ ਤੁਰ ਜਾਂਦੇ ਨੇ। ਪਾਪ ਹੀ ਉਹਨਾਂ ਦਾ ਜੀਵਨ ਬਣ ਗਿਆ ਹੈ। ਪਾਪੀ ਕਿਤਨੇ ਨੇ ਸਾਧ ਸੰਗਤ? ਪਾਪ ਅਸਲ ਵਿੱਚ ਪਾਪ ਉਹ ਬਿਰਤੀ ਹੈ ਜਿਹੜੀ ਸਾਡੇ ਮਨ ਵਿੱਚ ਪੈਦਾ ਹੋਈ ਹੈ। ਪਾਪੀ ਉਹ ਬਿਰਤੀ ਹੈ ਜਿਹਨੂੰ ਅਸੀਂ ਆਪਣੇ ਅੰਦਰ ਸੋਚਨੇ ਹਾਂ। ਕਿਸੇ ਦਾ ਰੂਪ ਵੇਖਿਆ, ਮਨ ਨੇ ਸੋਚਿਆ ਵੀ ਰੂਪ ਕਿੰਨਾ ਸੋਹਣਾ ਹੈ, ਮਨ ਅੰਦਰ ਪਾਪ ਆ ਗਿਆ, ਗਲਤ ਵਿਚਾਰ ਆ ਗਏ, ਉਹ ਪਾਪ ਹੈ। ਸਾਧ ਸੰਗਤ ਧਿਆਨ ਦੇਣਾ, ਜਦੋਂ ਕਿਸੇ ਬੰਦੇ ਦੇ ਧਨ ਵੱਲ ਧਿਆਨ ਗਿਆ, ਮਨ ਅੰਦਰ ਪਾਪ ਪੈਦਾ ਹੋਇਆ ਵੀ ਮਨਾ ਇਹ ਪਾਪ ਤੇਰਾ, ਇਹ ਧਨ ਤੇਰਾ ਹੋਣਾ ਚਾਹੀਦਾ ਹੈ। ਇਹ ਮਨ ਦੇ ਅੰਦਰ ਪੈਦਾ ਹੋਣ ਵਾਲੇ ਐਸੇ ਕਿੰਨੇ ਹੀ ਪਾਪੀ ਨੇ। ਸਾਧ ਸੰਗਤ ਆਪਾਂ ਜਿੰਨੇ ਗੁਰੂ ਕੀ ਗੋਦ ਵਿੱਚ ਬੈਠੇ ਹਾਂ, ਆਪ ਕੋਈ ਨਹੀਂ ਦੁਨੀਆ ਦਾ ਮਨੁੱਖ ਇਹ ਕਹਿ ਸਕਦਾ ਵੀ ਮੈਂ ਕਦੀ ਪਾਪ ਨਹੀਂ ਕੀਤਾ। ਅਸੀਂ ਵਿਚਾਰਕ ਤੌਰ ਤੇ ਬੜੀ ਵਾਰੀ ਜ਼ਿੰਦਗੀ ਵਿੱਚ, ਬੜੀ ਵਾਰੀ ਕੀ ਦਿਨ ਵਿੱਚ ਬੜੀ ਵਾਰੀ ਐਸੀਆਂ ਸੋਚਾਂ ਸੋਚਨੇ ਆ। ਪਰ ਪਾਤਸ਼ਾਹ ਕਹਿੰਦੇ ਨੇ ਕਿੰਨੇ ਹੀ ਪਾਪੀ ਨੇ ਐਸੇ ਜਿਹੜੇ ਜ਼ਬਰ ਜ਼ਿਨਾ ਕਰ ਰਹੇ ਨੇ। 2-2 ਸਾਲ ਦੀਆਂ ਬੱਚੀਆਂ, ਧਿਆਨ ਦੇਣਾ, ਜਿਨ੍ਹਾਂ ਨੂੰ ਜੇ ਆਪਣੇ ਤਨ ਬਾਰੇ ਵੀ ਪਤਾ ਨਹੀਂ, ਉਹਨਾਂ ਦੇ ਨਾਲ ਜ਼ਬਰ ਜ਼ਿਨਾ ਹੋ ਰਿਹਾ ਹੈ। ਮਾਤਾ ਦੇ ਪੇਟ ਦੇ ਵਿੱਚ ਬੱਚਿਆਂ ਨੂੰ ਸੰਸਾਰ ਤੇ ਆਉਣ ਤੋਂ ਪਹਿਲਾਂ ਮਾਰ ਦਿੱਤਾ ਜਾਂਦਾ ਹੈ। ਕਿੱਡੇ ਵੱਡੇ ਪਾਪੀਆਂ ਸੀ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਤੂੰ ਆਪਣੇ ਅੰਦਰ ਝਾਤ ਮਾਰ ਕੇ ਵੇਖ, ਕਿਤੇ ਤੂੰ ਇਹ ਕਰਮ ਤੇ ਨਹੀਂ ਕਰ ਰਿਹਾ। ਅਸੀਂ ਜਪਜੀ ਸਾਹਿਬ ਜੀ ਦੀ ਬਾਣੀ ਸਿਰਫ ਇਸ ਕਰਕੇ ਪੜ੍ਹਦੇ ਹਾਂ ਸਾਧ ਸੰਗਤ ਕਿ ਗੁਰੂ ਦਾ ਹੁਕਮ ਹੈ, ਚਲੋ ਪਾਠ ਕਰ ਲਈਏ, ਪਰ ਕਦੀ ਧਿਆਨ ਨਾਲ ਇਹਨਾਂ ਚੀਜ਼ਾਂ ਨੂੰ ਸਮਝੀਏ ਸਤਿਗੁਰ ਕੀ ਕਹਿ ਰਹੇ ਨੇ। ਤੇ ਜਿੱਦਣ ਸਮਝਾਂਗੇ, ਮੈਂ ਹੱਥ ਜੋੜ ਕੇ ਬੇਨਤੀ ਕਰਦੇ ਆ, ਉਦਨ ਕਰਮ ਕਰਦੇ ਆ ਸਤਿਗੁਰ ਦੀਆਂ ਪੰਕਤੀਆਂ ਸਾਡੇ ਸਾਹਮਣੇ ਹੋਣਗੀਆਂ। ਉਦਨ ਜੇ ਇੱਕ ਸੱਸ ਆਪਣੀ ਨੂੰਹ ਤੇ ਵਧੀਕੀ ਕਰਕੇ ਕਹਿ ਰਹੀ ਹੈ ਵੀ ਮੈਨੂੰ ਪੁੱਤ ਚਾਹੀਦਾ ਹੈ, ਤੇ ਉਸ ਸੱਸ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਚੇਤੇ ਆ ਜਾਣਗੇ ਕਿ ਜੇ ਤੂੰ ਆਪਣੀ ਨੂੰਹ ਦੇ ਪੇਟ ਦੇ ਵਿੱਚ ਧੀ ਨੂੰ ਮਾਰ ਰਹੀ ਹੈ ਤੇ ਤੂੰ ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਗਲ ਵੱਢ ਹੱਤਿਆ ਕਮਾਹੇ। ਤੂੰ ਇੱਥੇ ਖੜੀ ਹੋਈ ਹੈ, ਫਿਰ ਤੇਰਾ ਜਪਜੀ ਸਾਹਿਬ ਜੀ ਦਾ ਪਾਠ ਕਰਨ ਦਾ ਕੋਈ ਮੀਨਿੰਗ ਨਹੀਂ, ਕੋਈ ਲਾਭ ਨਹੀਂ। ਜੇ ਤੇਰੇ ਜੀਵਨ ਦੇ ਵਿੱਚ ਅਜੇ ਵਿਚਾਰ ਇਹ ਹੈ, ਸਤਿਗੁਰ ਕਹਿੰਦੇ ਨੇ ਕਿੰਨੇ ਹੀ ਐਸੇ ਕਰਮ ਨੇ। ਸਾਧ ਸੰਗਤ ਗਿਣਤੀ ਕਰੀਏ ਤੇ ਬੜਾ ਲੰਮੇਰਾ ਸਮਾਂ ਹੈ, ਪਰ ਪਾਤਸ਼ਾਹ ਕਹਿੰਦੇ ਨੇ ਐਸਿਆਂ ਦੀ ਕੋਈ ਗਿਣਤੀ ਨਹੀਂ ਸੰਸਾਰ ਦੇ ਅੰਦਰ। ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ। ਕੂੜਿਆਰ ਦੇ ਅਖਰੀ ਅਰਥ ਨੇ ਕੂੜ ਬੋਲਣ ਵਾਲੇ, ਝੂਠ ਬੋਲਣ ਵਾਲੇ। ਕੂੜੇ ਫਿਰਾਹੇ, ਜਿਹੜੇ ਝੂਠ ਬੋਲ ਬੋਲ ਕੇ ਸੰਸਾਰ ਦੇ ਅੰਦਰ ਭਟਕ ਰਹੇ ਨੇ। ਅਨੇਕਾਂ ਹੀ ਝੂਠ ਬੋਲਣ ਵਾਲਿਆਂ ਦਾ ਉਹਨਾਂ ਦਾ ਸੁਭਾਅ ਹੀ ਪੱਕ ਚੁੱਕਾ ਹੈ। ਉਹਨਾਂ ਨੇ ਸਦਾ ਜੀਵਨ ਦੇ ਅੰਦਰ ਝੂਠ ਬੋਲਣਾ ਹੈ। ਪਾਤਸ਼ਾਹ ਕਹਿੰਦੇ ਨੇ ਫਿਰਾਹੇ ਦਾ ਮਤਲਬ ਹੈ ਫਿਰਨਾ, ਹਿੰਦੇ ਵਿੱਚ ਹੀ ਰੁੱਝੇ ਰਹਿਣਾ। ਉਹ ਸਦਾ ਹੀ ਝੂਠ ਬੋਲਣ ਨੂੰ ਆਪਣਾ ਜੀਵਨ ਸਮਝਦੇ ਨੇ। ਕਿਤਨੇ ਨੇ ਸਾਧ ਸੰਗਤ, ਤੁਸੀਂ ਸੰਸਾਰ ਦੇ ਫੀਲਡ ਵਿੱਚ ਜਦੋਂ ਆਪਾਂ ਵਿਚਰਨੇ ਆ, ਉਹਨਾਂ ਦਾ ਕਈਆਂ ਦਾ ਕਰਮ ਹੀ ਝੂਠ ਬੋਲਣਾ ਹੈ। ਉਹ ਝੂਠ ਬੋਲਦੇ ਨੇ ਤੇ ਉਹਦੇ ਬਦਲੇ ਵਿੱਚ ਉਹਨਾਂ ਨੂੰ ਕੁਝ ਮਿਲਦਾ ਹੈ। ਸਤਿਗੁਰ ਕਹਿੰਦੇ ਨੇ ਕਿਉਂ ਸੰਸਾਰ ਦੇ ਅੰਦਰ ਝੂਠ ਬੋਲ ਕੇ ਕਿਸੇ ਦੇ ਅੰਦਰ ਗਲਤ ਫਹਿਮੀਆਂ ਪੈਦਾ ਕਰਨਾ ਹੈ। ਪਰ ਪਾਤਸ਼ਾਹ ਕਹਿੰਦੇ ਨੇ ਸਤਿਗੁਰੂ ਤੇਰੀ ਬਣਾਈ ਕੁਦਰਤ ਬੇਅੰਤ ਹੈ, ਇਹਦੇ ਅੰਦਰ ਕੂੜ ਬੋਲਣ ਵਾਲਿਆਂ ਦੀ ਵੀ ਕੋਈ ਘਾਟ ਨਹੀਂ, ਝੂਠ ਬੋਲਣ ਵਾਲਿਆਂ ਦੀ ਵੀ ਕੋਈ ਘਾਟ ਨਹੀਂ।
ਤਾਂ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕੁੜਿਆਰ ਕੁੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਸੱਚੇ ਸਿੱਖ ਗੁਰੂ ਦੀ ਗੋਦ ਵਿੱਚ ਬਹਿੰਦੇ ਨੇ। ਝੂਠ ਬੋਲਣ ਵਾਲਿਆਂ ਨੂੰ ਝੂਠ ਚੰਗਾ ਲੱਗਦਾ ਹੈ। ਇਹੀ ਕਾਰਨ ਹੈ ਸਾਧ ਸੰਗਤ, ਪਾਤਸ਼ਾਹ ਕਹਿੰਦੇ ਨੇ ਸਾਡੀ ਹਾਲਤ ਉਸ ਮੱਖੀ ਵਰਗੀ ਹੈ ਜਿਹਨੂੰ ਸੁਗੰਧੀ ਚੰਗੀ ਨਹੀਂ ਲੱਗਦੀ, ਜਿਹਨੂੰ ਗੰਦਗੀ ਚੰਗੀ ਲੱਗਦੀ ਹੈ। ਕਬੀਰ ਮਾਖੀ ਚੰਦਨ ਪਰ ਹਰੈ, ਜਹ ਬਿਗੰਧ ਤਹ ਜਾਏ। ਮੱਖੀ ਦਾ ਸੁਭਾਅ ਹੈ ਉਹ ਚੰਦਨ ਦਾ ਤਿਆਗ ਕਰਕੇ ਤੇ ਗੰਦਗੀ ਤੇ ਬਹਿ ਜਾਂਦੀ ਹੈ। ਪਾਤਸ਼ਾਹ ਕਹਿੰਦੇ ਨੇ ਕਬੀਰ ਮਾਖੀ ਚੰਦਨ ਪਰ ਹਰੈ, ਜਹ ਬਿਗੰਧ ਤਹ ਜਾਏ। ਸਤਿਗੁਰ ਇਹ ਹਾਲਤ ਸਾਡੀ ਹੈ। ਅਸੀਂ ਅਵਗੁਣਾਂ ਦਾ ਆਪਣੇ ਜੀਵਨ ਦਾ ਆਧਾਰ ਬਣਾ ਕੇ ਬੈਠੇ ਹਾਂ। ਅਸੀਂ ਗੁਣਾਂ ਦਾ ਤਿਆਗ ਕਰ ਲਿਆ। ਔਰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅਸੀਂ ਅਸੰਖ ਨੇ ਜਿਹੜੇ ਸਾਰਾ ਦਿਨ ਕੂੜ ਬੋਲਦੇ ਨੇ, ਸਾਰਾ ਦਿਨ ਝੂਠ ਬੋਲਦੇ ਨੇ, ਸੰਸਾਰ ਦੇ ਵਿੱਚ ਫਿਰ ਰਹੇ ਨੇ। ਉਹਨਾਂ ਦਾ ਜੀਵਨ ਦੇ ਰੁਝਾਨ ਇਹ ਬਣ ਗਿਆ। ਪਾਤਸ਼ਾਹ ਜੀ ਕਹਿੰਦੇ ਨੇ ਅਸੰਖ ਮਲੇਸ਼ ਮਲ ਪੱਖ ਖਾਹੇ। ਸਤਿਗੁਰ ਅਨੇਕਾਂ ਹੀ ਐਸੇ ਨੇ। ਮਲੇਸ਼ ਸ਼ਬਦ ਅਸਲ ਵਿੱਚ ਜਦੋਂ ਅਸੀਂ ਸਮਝਨੇ ਆ ਬਾਣੀ ਵਿੱਚੋਂ ਤੇ ਇਹਦਾ ਮਤਲਬ ਹੈ ਮਲੀਨ ਇੱਛਾ ਰੱਖਣ ਵਾਲੇ। ਮਲ ਇੱਛ ਦੋ ਸ਼ਬਦਾਂ ਤੋਂ ਬਣਿਆ ਇਹ ਮਲੇਸ਼ ਸ਼ਬਦ ਹੈ, ਮੈਲੀ ਇੱਛਾ ਰੱਖਣ ਵਾਲੇ। ਵੈਸੇ ਇਹ ਮਲੇਸ਼ ਸ਼ਬਦ ਪੁਰਾਣੇ ਸਮੇਂ ਵਿੱਚ ਗੁਰੂ ਕਾਲ ਦੇ ਵਿੱਚ ਮੁਸਲਮਾਨਾਂ ਲਈ ਵੀ ਵਰਤਿਆ ਜਾਂਦਾ ਰਿਹਾ ਹੈ, ਪਰ ਨਹੀਂ, ਸਤਿਗੁਰ ਨੇ ਬਾਣੀ ਵਿੱਚ ਇਹਦੇ ਅਰਥ ਕੀਤੇ ਨੇ ਜਿਹਦੇ ਅੰਦਰ ਮੈਲੀ ਇੱਛਾ ਹੈ। ਪਾਤਸ਼ਾਹ ਕਹਿੰਦੇ ਨੇ ਅਨੇਕਾਂ ਹੀ ਅਸੰਖਾਂ ਹੀ ਐਸੇ ਨੇ ਜਿਨ੍ਹਾਂ ਦੇ ਅੰਦਰ ਮੈਲੀਆਂ ਇੱਛਾਵਾਂ ਨੇ। ਮਲ ਪੱਖ ਖਾਹੇ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਮਲ ਦਾ ਭਾਵ ਹੈ ਗੰਦਗੀ, ਪੱਖ ਦਾ ਮਤਲਬ ਹੈ ਖਾਣਾ। ਪਾਤਸ਼ਾਹ ਕਹਿੰਦੇ ਨੇ ਉਹ ਪੱਖ ਖਾਹੇ ਗੰਦਗੀ ਹੀ ਖਾ ਰਹੇ ਨੇ। ਉਹ ਮੈਲੀਆਂ ਵਿਚਾਰਾਂ, ਮੈਲੀਆਂ ਇੱਛਾਵਾਂ ਉਹਨਾਂ ਦੇ ਅੰਦਰ। ਖਿਆਲ ਕਰਨਾ ਜਦੋਂ ਸਾਡੇ ਅੰਦਰ ਕੋਈ ਫੁਰਨਾ ਫੁਰਦਾ ਹੈ ਸਾਧ ਸੰਗਤ, ਸਾਡੀ ਮੱਤ ਉਹਨੂੰ ਖਾ ਰਹੀ ਹੈ। ਦੋ ਤਰ੍ਹਾਂ ਦਾ ਭੋਜਨ ਆਪਾਂ ਪਹਿਲੋਂ ਵੀ ਬੇਨਤੀ ਕੀਤੀ ਸੀ ਮੈਂ, ਦੋ ਤਰ੍ਹਾਂ ਦਾ ਬੰਦੇ ਦਾ ਭੋਜਨ ਹੈ, ਸਰੀਰ ਦਾ ਭੋਜਨ, ਮਤ ਦਾ ਭੋਜਨ, ਆਤਮਾ ਦਾ ਭੋਜਨ। ਸਰੀਰ ਦਾ ਭੋਜਨ ਮੈਲਾ ਹੋਏਗਾ, ਸਰੀਰ ਬਿਮਾਰ ਹੋਏਗਾ। ਮਤ ਦਾ ਭੋਜਨ ਮੈਲਾ ਹੋਏਗਾ ਤੇ ਮਤ ਬਿਮਾਰ ਹੋਏਗੀ। ਸਰੀਰ ਦੇ ਭੋਜਨ ਤੇ ਅਸੀਂ ਬੜੀ ਤਵੱਜੋ ਦਿੰਦੇ ਹਾਂ, ਘਰ ਦੀਆਂ ਸਫਾਈਆਂ ਰੱਖਦੇ ਨੇ, ਭਾਂਡੇ ਧੋਂਦੇ ਆ, ਭਾਂਡਿਆਂ ਦੇ ਅੰਦਰ ਗੰਦਗੀ ਨਾ ਹੋਵੇ, ਵਸਤੂਆਂ ਅਸੀਂ ਸਾਫ਼ ਸੁਥਰੀਆਂ ਲਿਆਉਂਦੇ ਆ, ਵੇਖਦੇ ਆ, ਉਹਨਾਂ ਦੀ ਲਿਆਈ ਹੋਈ ਡੇਟ ਦੇਖਦੇ ਆ ਕਿਤੇ ਐਕਸਪਾਇਰ ਤੇ ਨਹੀਂ, ਬੜਾ ਧਿਆਨ ਦਿੰਦੇ ਆ ਸਾਧ ਸੰਗਤ। ਪਰ ਸਾਡੇ ਅੰਦਰ ਕਿੰਨੀ ਗੰਦਗੀ ਭਰੀ ਜਾ ਰਹੀ ਹੈ, ਉਹਦਾ ਅਸੀਂ ਕਦੇ ਧਿਆਨ ਨਹੀਂ ਦਿੰਦੇ। ਇਸੇ ਕਰਕੇ ਸਤਿਗੁਰ ਕਹਿੰਦੇ ਨੇ ਅਸੰਖਾਂ ਹੀ ਨੇ ਐਸੇ ਜਿਹੜੀ ਮੈਲੀ ਇੱਛਾ ਰੱਖਣ ਵਾਲੇ ਨੇ। ਮਲੇਸ਼ ਮਲ ਪੱਖ ਖਾਹੇ, ਜਿਹੜੇ ਸਦਾ ਹੀ ਭੱਖ ਖਾ ਰਹੇ ਨੇ, ਭਾਵ ਮੈਲੇ ਪਦਾਰਥਾਂ ਨੂੰ ਖਾ ਰਹੇ ਨੇ, ਭਾਵ ਉਹਨਾਂ ਦੇ ਅੰਦਰ ਮੈਲੀ ਸੋਚ, ਉਹਨਾਂ ਦੀਆਂ ਇੱਛਾਵਾਂ ਮੈਲੀਆਂ ਹੋ ਗਈਆਂ ਨੇ, ਉਹਨਾਂ ਦੇ ਅੰਦਰ ਦੀ ਭਾਵਨਾ ਮੈਲੀ ਹੋ ਗਈ ਏ, ਉਹਨਾਂ ਦੇ ਅੰਦਰ ਦੇ ਵਿਚਾਰ ਮੈਲੇ ਹੋ ਗਏ ਨੇ। ਉਹਨਾਂ ਕਿਤੇ ਬਹਿਣਾ ਹੈ ਤੇ ਨਿੰਦਾ ਚੁਗਲੀ ਤੋਂ ਸਿਵਾ ਕੋਈ ਗੱਲ ਨਹੀਂ ਕਰਨੀ, ਉਹਨਾਂ ਨਿੰਦਾ ਕਰਨੀ ਹੈ, ਚੁਗਲੀ ਕਰਨੀ ਹੈ। ਉਹ ਭੱਖ ਖਾ ਰਹੇ ਨੇ, ਉਹ ਬੈਠੇ ਨੇ ਗੁਰੂ ਕੀ ਗੋਦ ਵਿੱਚ, ਪਰ ਇੱਥੇ ਬੈਠਿਆਂ ਵੀ ਸੰਸਾਰ ਦੇ ਗੰਦਗੀ ਨੂੰ ਹੀ ਖਾਈ ਜਾ ਰਹੇ ਨੇ। ਇੱਥੇ ਬੈਠਿਆਂ ਵੀ ਦੁਨਿਆਵੀ ਗੱਲਾਂ ਨਹੀਂ ਮੁੱਕਦੀਆਂ। ਪਰ ਸਤਿਗੁਰ ਕਹਿੰਦੇ ਨੇ ਐਸੇ ਅਸੰਖਾਂ ਨੇ, ਅਸੰਖ ਨਿੰਦਕ ਸਿਰ ਕਰਹਿ ਪਾਰ। ਅਸੰਖਾਂ ਹੀ ਸਤਿਗੁਰ ਤੇਰੀ ਕੁਦਰਤ ਵਿੱਚ ਨਿੰਦਕ ਨੇ, ਜਿਹੜੇ ਨਿੰਦਾ ਕਰਦੇ ਨੇ ਤੇ ਨਿੰਦਾ ਕਰ ਕਰਕੇ ਆਪਣੇ ਸਿਰ ਉੱਤੇ ਇਸ ਨਿੰਦਾ ਦਾ ਭਾਰ ਚੁੱਕ ਕੇ ਰੱਖਦੇ ਨੇ। ਧਿਆਨ ਦੇਣਾ ਸਾਧ ਸੰਗਤ, ਜਿਵੇਂ ਕਿਸੇ ਬੰਦੇ ਦੇ ਸਿਰ ਤੇ ਭਾਰ ਰੱਖ ਦਿੱਤਾ ਜਾਏ, ਉਹ ਬੋਝ ਉਹਨੂੰ ਲੱਗਦਾ ਹੈ, ਕਿੰਨੀ ਦੇਰ ਤੱਕ ਖੜਾ ਰਹੇਗਾ। ਪਰ ਸਤਿਗੁਰ ਕਹਿੰਦੇ ਨੇ ਕਮਾਲ ਦੀ ਗੱਲ ਹੈ, ਬੰਦਾ ਸਾਰੀ ਜ਼ਿੰਦਗੀ ਨਿੰਦਾ ਦਾ ਭਾਰ ਸਿਰ ਤੇ ਚੁੱਕ ਕੇ ਰੱਖਦਾ ਹੈ। ਪਰ ਨਿੰਦਾ ਹੈ ਕੀ ਅਸਲ ਵਿੱਚ? ਨਿੰਦਾ ਹੈ ਜਦੋਂ ਕਿਸੇ ਦੇ ਗੁਣਾਂ ਨੂੰ ਅਸੀਂ ਅਵਗੁਣਾਂ ਦੇ ਰੂਪ ਵਿੱਚ ਬਿਆਨ ਕਰਨੇ ਆ। ਮੈਂ ਹਮੇਸ਼ਾ ਇੱਕ ਫਾਰਮੂਲਾ ਦੇਣਾ ਹੁੰਦਾ ਵੀ ਜਦੋਂ ਤੁਸੀਂ 2 ਤੇ 2 5 ਕਹਿੰਦੇ ਹੋ, ਧਿਆਨ ਦੇਣਾ, ਇਹਦਾ ਮਤਲਬ ਹੈ ਤੁਸੀਂ ਗੱਲ ਨੂੰ ਵਧਾ ਕੇ ਕਰ ਰਹੇ ਹੋ। ਜਦੋਂ ਤੁਸੀਂ 2 ਤੇ 2 3 ਕਹਿੰਦੇ ਹੋ, ਇਹਦਾ ਮਤਲਬ ਤੁਸੀਂ ਕਿਸੇ ਗੱਲ ਨੂੰ ਘਟਾ ਕੇ ਕਰ ਰਹੇ ਹੋ। ਕਿਸੇ ਗੱਲ ਨੂੰ ਵਧਾ ਘਟਾ ਕੇ ਕਰਨਾ ਇਹ ਅਗਲੇ ਦੀ ਨਿੰਦਾ ਹੈ। ਪਰ ਜਦੋਂ ਤੁਸੀਂ 2 ਤੋਂ 2 4 ਕਹਿੰਦੇ ਹੋ, ਇਹਦਾ ਮਤਲਬ ਹੈ ਤੁਸੀਂ ਸੱਚ ਕਹਿ ਰਹੇ ਹੋ, ਤੁਸੀਂ ਸਾਹਮਣੇ ਵਾਲੇ ਦੇ ਵਰਤਾਏ ਸਹੀ ਬੋਲ ਰਹੇ ਹੋ। ਪਰ ਪਾਤਸ਼ਾਹ ਕਹਿੰਦੇ ਨੇ ਐਸੇ ਬੇਅੰਤ ਨੇ ਨਿੰਦਕ ਜਿਹੜੇ ਸਦਾ ਨਿੰਦਾ ਕਰਦੇ ਨੇ। ਪਰ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਕਿੰਨੇ ਬੇਅੰਤ ਬਚਨ ਨੇ ਸਤਿਗੁਰਾਂ ਦੇ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਗੱਜ ਸਾਢੇ ਤੈ ਤੈ ਧੋਤੀਆਂ ਤੇਹਰੇ ਪਾਇਨ ਤੱਗ, ਗੱਲੀ ਜਿਨ੍ਹਾਂ ਜਪਮਾਲੀਆਂ ਲੋਟੇ ਹੱਥ ਨੀ ਬੱਗ। ਓਏ ਹਰ ਕੇ ਸੰਤ ਨਾ ਆਖੀਐ ਬਾ ਨਾਰਸ ਕੇ ਠੱਗ। ਕਿ ਹੈ ਬਾਬਾ ਜੀ ਉਹ ਲੋਕ ਜਿਨ੍ਹਾਂ ਦੇ ਕਰਮ ਐਸੇ ਨੇ, ਬਾਬਾ ਜੀ ਇੱਥੇ ਨਿੰਦਾ ਨਹੀਂ ਕਰ ਰਹੇ, ਸੱਚ ਬਿਆਨ ਕਰ ਰਹੇ ਨੇ। 2 ਤੇ 2 4 ਕਹਿ ਰਹੇ ਨੇ। ਸਤਿਗੁਰ ਕਹਿੰਦੇ ਨੇ ਅਸੰਖਾਂ ਨਿੰਦਕ ਨੇ ਜਿਹੜੇ ਸੰਸਾਰ ਵਿੱਚ ਨਿੰਦਾ ਦਾ ਭਾਰ ਸਦਾ ਆਪਣੇ ਸਿਰ ਤੇ ਚੁੱਕ ਕੇ ਰੱਖਦੇ ਨੇ।
ਨਾਨਕ ਨੀਚ ਕਹੇ ਵਿਚਾਰ। ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਇੱਥੇ ਨਾਨਕ ਦੇ ਕੱਕੇ ਨੂੰ ਔਂਕੜ ਹੈ, ਨੀਚ ਦੇ ਚੱਚੇ ਨੂੰ ਔਂਕੜ ਹੈ। ਧਿਆਨ ਦੇਣਾ, ਇਹ ਸ਼ਬਦ ਜਿਹੜਾ ਹੈ ਇਹਨੂੰ ਅਸੀਂ ਜਦੋਂ ਬਾਣੀ ਦੀ ਵਿਆਕਰਨ ਦੇ ਮੁਤਾਬਕ ਇਹ ਕਰਤਾ ਕਾਰਕ ਅਤੇ ਪੁਲਿੰਗ ਸ਼ਬਦ ਹੈ, ਇਹਨੂੰ ਅਸੀਂ ਨੀਚ ਦੇ ਚੱਚਾ, ਕਿਉਂਕਿ ਇਹ ਨੀਚ ਇੱਕ ਨੀਚ ਦੀ ਉਸ ਨੀਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਆਪ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ। ਇੱਥੇ ਪਾਤਸ਼ਾਹ ਕਹਿੰਦੇ ਨੇ ਨਾਨਕ ਨੀਵਾਂ, ਇਹ ਗੱਲ ਕਹਿ ਰਿਹਾ ਹੈ, ਬੜੀ ਨਿਮਰਤਾ ਵਿੱਚ ਇਹ ਗੱਲ ਕਹਿ ਰਿਹਾ ਹੈ। ਕਹੇ ਵਿਚਾਰ ਵਾਰਿਆ ਨਾ ਜਾਵਾਂ, ਇੱਕ ਵਾਰ ਸਤਿਗੁਰ ਮੈਂ ਤੇਰੀ ਕੁਦਰਤ ਤੋਂ, ਤੇਰੀ ਇਹ ਬੇਅੰਤ ਤਾਈ ਤੋਂ ਮੈਂ ਇੱਕ ਵਾਰ ਵੀ ਕੁਰਬਾਨ ਨਹੀਂ ਜਾ ਸਕਦਾ। ਇੰਨੀ ਵੱਡੀ ਤੇਰੀ ਕੁਦਰਤ, ਇੰਨੇ ਬੇਅੰਤ ਤੇਰੀ ਕੁਦਰਤ। ਇੱਥੇ ਕੈਸੇ ਰੰਗਾਂ ਰੰਗਾਂ ਦੇ ਭਾਂਤਾਂ ਭਾਂਤਾਂ ਦੇ ਜੀਵ ਨੇ, ਉਹਨਾਂ ਦੇ ਕਰਮ ਕੈਸੇ ਵੱਖੋ ਵੱਖਰੇ ਨੇ। ਪਾਤਸ਼ਾਹ ਜੀ ਕਹਿੰਦੇ ਨੇ ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੇ ਸਾਈ ਭਲਿਕਾਰ। ਪਰ ਸਤਿਗੁਰੂ ਜਿਹੜੀ ਤੈਨੂੰ ਪਾਉਂਦੀ ਹੈ ਉਹ ਕਾਰ ਚੰਗੀ ਹੈ। ਤੂੰ ਸਦਾ ਸਲਾਮਤ ਨਿਰੰਕਾਰੇ ਕਰਦੇ, ਤੂੰ ਸਦਾ ਸਲਾਮਤ ਹੈ, ਸਦਾ ਥਿਰ ਰਹਿਣ ਵਾਲਾ ਹੈ, ਤੈਨੂੰ ਕੋਈ ਮੈਲ ਨਹੀਂ। ਇਸ ਕਰਕੇ ਸਤਿਗੁਰੂ ਮੈਨੂੰ ਉਹ ਵਿਚਾਰ ਨਾਲ ਜੋੜ ਜਿਹੜੀ ਤੈਨੂੰ ਚੰਗੀ ਲੱਗਦੀ ਹੈ, ਮੈਂ ਉਸ ਕਰਮ ਨਾਲ ਜੁੜਾਂ ਜਿਹੜਾ ਤੈਨੂੰ ਚੰਗਾ ਲੱਗਦਾ ਹੈ। ਅਰਦਾਸ ਕਰੀਏ ਸਤਿਗੁਰਾਂ ਦੇ ਚਰਨਾਂ ਵਿੱਚ। ਸਤਿਗੁਰ ਦੀ ਬੇਅੰਤ ਕੁਦਰਤ ਦੇ ਅੰਦਰੋਂ ਸਤਿਗੁਰ ਨੇ ਕੁਝ ਲੋਕਾਂ ਦਾ ਜ਼ਿਕਰ ਕੀਤਾ ਅੱਜ, ਜਿਨ੍ਹਾਂ ਦੇ ਕਰਮ ਇੰਨੇ ਮਾੜੇ ਨੇ, ਪਰ ਸਤਿਗੁਰ ਸਿੱਖਿਆ ਸਾਨੂੰ ਦੇ ਰਹੇ ਨੇ, ਕਿਤੇ ਤੇਰੇ ਅੰਦਰ ਇਹ ਬਿਰਤੀ ਤੇ ਨਹੀਂ, ਜੇ ਹੈ ਤੇ ਇਸ ਬਿਰਤੀ ਤੋਂ ਆਪਣੇ ਆਪ ਨੂੰ ਦੂਰ ਕਰ। ਸਤਿਗੁਰ ਕਿਰਪਾ ਕਰਨ, ਹੋਈਆਂ ਗਲਤੀਆਂ ਬਖਸ਼ ਲੈਣੀਆਂ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।